ਇਹ ਜਿੰਨੇ ਵੀ ਮੁੱਦੇ ਤੁਸੀਂ ਐਡਰੈਸ ਕੀਤੇ, ਇਹ ਮੁੱਦਿਆਂ ਦਾ ਬੇਸ ਕੀ ਹੈ? ਬੇਸ ਹੈਗਾ ਸ਼ਾਰਟਕਟ, ਪਾਵਰ ਜਾਂ ਪੈਸਾ। ਮੈਂ ਨਾ ਇੱਕ ਵਾਰੀ ਐਕਸਪੈਰੀਮੈਂਟ ਕੀਤਾ ਸੀਗਾ। ਸਾਡੇ ਕੋਲ ਇੱਕ ਫਰਿੱਜ ਸੀਗਾ ਬਿਲਕੁਲ ਠੀਕ ਠਾਕ। ਅਸੀਂ ਉਹਨੂੰ ਇੱਥੋਂ ਫੈਕਟਰੀ ਸ਼ਿਫਟ ਕਰ ਰਹੇ ਸੀ, ਕੁਛ ਨਹੀਂ ਸੀ ਹੋਇਆ। ਅਸੀਂ ਰਸਤੇ ਦੇ ਵਿੱਚ ਇੱਕ ਬਹੁਤ ਅੱਛੇ ਮਕੈਨਿਕ ਨੂੰ, ਜਿਹੜਾ ਮੰਨਿਆ ਜਾਂਦਾ ਵੀ ਇਹ ਇਮਾਨਦਾਰ ਵਧੀਆ ਮਕੈਨਿਕ ਹੈ, ਉਹਨੂੰ ਉੱਥੇ ਰੱਖਤਾ। ਅਸੀਂ ਕਿਹਾ ਵੀ ਇਹ ਦੇਖੀ ਯਾਰ, ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਐਂਡ ਵੀ ਨਿਊ ਕਿ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਉਹਨੇ ਚੈੱਕ ਚੁੱਕ ਕਰਕੇ ਸਾਨੂੰ ਕਹਿੰਦਾ ਜੀ 9000 ਰੁਪਈਆ ਲੱਗੂਗਾ ਇਹਦਾ, ਵੀ ਇਹਦਾ ਕੰਪਰੈਸਰ ਪਊਗਾ। ਇਸੇ ਤਰ੍ਹਾਂ TV ਵਾਲੇ ਨਾਲ ਹੋਇਆ, ਇਸੇ ਤਰ੍ਹਾਂ ਸਭ ਨਾਲ ਹੋਇਆ। ਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਹੇਰਾ ਫੇਰੀ ਦੀ, ਇਹ ਅੱਖਰ ਵੀ ਨਹੀਂ ਤੁਹਾਨੂੰ ਫਿੱਟ ਲੱਗਣਾ, ਕੁਇਕ ਮਨੀ ਬਣਾਉਣ ਦੀ, ਬਹੁਤ ਜਲਦੀ ਪੈਸੇ ਬਣਾਉਣ ਦੀ ਇੱਕ ਪ੍ਰਵਿਰਤੀ ਹੈ ਸਾਡੀ। ਤੁਹਾਡੇ 'ਚ ਵੀ ਹੋਊਗੀ, ਮੇਰੇ 'ਚ ਵੀ ਹੋਊਗੀ, ਕਿਸੇ 'ਚ ਥੋੜ੍ਹੀ ਜ਼ਿਆਦਾ ਹੋਊਗੀ, ਕਿਸੇ 'ਚ ਥੋੜ੍ਹੀ ਘੱਟ ਹੋਊਗੀ। ਤਾਂ ਇਹ ਜਿਹੜਾ ਨਿੱਜ ਹੈ ਸਾਡਾ, ਇਹ ਹਾਵੀ ਹੋ ਜਾਂਦਾ। ਫਿਰ ਅਸੀਂ ਗਲੋਬਲੀ ਨਹੀਂ ਸੋਚਦੇ। ਜੇ ਅੱਜ ਤੋਂ ਕੁਛ ਸਾਲ ਜੇ ਤੁਸੀਂ ਪਿੱਛੇ ਜਾਓ, ਤਾਂ ਜਦੋਂ ਉਹ ਬੀਜਦੇ ਹੁੰਦੇ ਸੀਗੇ, ਤੁਸੀਂ ਰੱਬ ਦਾ ਡਰ ਕਹਿ ਲਓ ਜਾਂ ਕੁਛ ਵੀ ਕਹਿ ਲਓ, ਲੋਕਾਂ ਨੂੰ ਇਹ ਅਹਿਸਾਸ ਸੀਗਾ ਕਿ ਯਾਰ ਮੇਰਾ ਤੁਹਾਡੇ ਬਗੈਰ ਸਰਨਾ ਨਹੀਂ, ਕਿਉਂਕਿ ਖੇਤ ਜਿਹੜਾ ਹੈਗਾ ਮੈਂ ਇਕੱਲਾ ਨਹੀਂ ਸੀ ਉਹਨੂੰ ਪਲੋ ਕਰ ਸਕਦਾ, ਮੈਨੂੰ ਨਾਲ ਬੰਦੇ ਚਾਹੀਦੇ ਹੁੰਦੇ ਸੀਗੇ। ਤਾਂ ਇੱਕ ਸਿਵਲ ਸੁਸਾਇਟੀ ਚਾਹੀਦੀ ਹੁੰਦੀ ਸੀ। ਬਟ ਇਵੈਂਚੁਅਲੀ ਵੀ ਐਕਸਪੈਂਡਡ। ਜਦੋਂ ਅਸੀਂ ਐਕਸਪੈਂਡ ਹੋ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਯਾਰ ਤੁਹਾਡੀ ਮੈਨੂੰ ਲੋੜ ਨਹੀਂ ਹੈਗੀ, ਇਹ ਤਾਂ ਮੈਂ ਖੁਦ ਹੀ ਕਰ ਲੂੰਗਾ। ਤਾਂ ਮੇਰੇ ਨਿੱਜ ਜਿਹੜੇ ਨੇ ਉਹ ਭਾਰੂ ਹੁੰਦੇ ਚਲੇ ਗਏ। ਇੱਕ ਮੈਂ ਮੂਵੀ ਦੇਖ ਰਿਹਾ ਸੀਗਾ, ਡੋਂਟ ਲੁੱਕ ਅਪ, ਅਮਰੀਕਾ ਦੀ ਮੂਵੀ ਬਣੀ ਹੋਈ ਸੀ। ਉਹਦਾ ਜੇ ਸੰਖੇਪ ਦੇ ਵਿੱਚ ਮੈਂ ਦੱਸਾਂ ਤਾਂ ਇੱਕ ਸਾਇੰਸਦਾਨ ਸੀਗਾ ਅਤੇ ਉਹਦੀ PhD ਕਰ ਰਹੀ ਸਟੂਡੈਂਟ ਸੀ। ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਉੱਪਰੋਂ ਇੱਕ ਮੀਟੀਓਰ ਸ਼ਾਇਦ 5-6 ਕਿਲੋਮੀਟਰ ਵਾਲਾ ਇੰਨੇ ਮਹੀਨੇ, ਇੰਨੇ ਦਿਨ, ਇੰਨੇ ਮਿੰਟਾਂ ਬਾਅਦ ਉੱਪਰੋਂ ਗਿਰੂਗਾ ਔਰ ਪੂਰੀ ਧਰਤੀ ਨੂੰ ਤਬਾਹ ਕਰ ਦੂਗਾ। ਉਹ ਉਹਨਾਂ ਨੂੰ ਸਪੈਸ਼ਲ ਫਲਾਈ ਕੀਤਾ ਸਭ ਤੋਂ ਉੱਪਰਲੀ ਟੌਪ, ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਦੇ ਕੋਲ। ਕਿਵੇਂ ਪ੍ਰੈਜ਼ੀਡੈਂਟ ਨੇ ਉਹਨੂੰ ਲਾਈਟਲੀ ਲਿੱਤਾ, ਕਿਵੇਂ ਉਹਨੂੰ ਇਲੈਕਸ਼ਨ ਦਾ ਮੁੱਦਾ ਬਣਾਇਆ, ਕਿਵੇਂ ਸਿਵਲ ਸੁਸਾਇਟੀ ਨੇ ਆਪਣੀਆਂ ਜਿਹੜੀਆਂ ਨੇ ਕੌਨਸਪੀਰੇਸੀਜ਼ ਥਿਊਰੀਆਂ ਬਣਾ ਰਹੀਆਂ। ਮੈਂ ਕੁਛ ਕਹਿ ਰਿਹਾ, ਤੁਸੀਂ ਕੁਛ ਕਹਿ ਰਹੇ ਹੋ, ਕੋਈ ਕਹਿ ਰਿਹਾ ਝੂਠ ਹੈ, ਕੋਈ ਇਹ ਸੱਚ ਹੈ। ਮਤਲਬ ਐਡੇ ਬੜੇ ਮੁੱਦੇ ਦਾ ਵੀ ਮਖੌਲ ਬਣਾਤਾ। ਅਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਜ਼ਰੂਰਤ ਨਹੀਂ ਹੈ ਸੁਸਾਇਟੀ। ਜਦੋਂ ਮੈਂ ਸੁਸਾਇਟੀ ਕਹਿ ਰਿਹਾ, ਮੈਂ ਪੂਰੇ ਵਰਲਡ ਦੀ ਗੱਲ ਕਰ ਰਿਹਾ। ਅੱਜ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਗਾਲੀ ਕੱਢ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਹਰੇਕ ਦਾ ਇੱਕ ਥਾਟ ਪ੍ਰੋਸੈਸ ਹੈ, ਇੱਕ ਤਰੀਕਾ ਜਿਹੜਾ ਉਹਨੂੰ ਲੱਗਦਾ ਕਿ ਇਹ ਕੰਮ ਕਰੂਗਾ ਔਰ ਮੈਂ ਪਾਵਰ ਦੇ ਵਿੱਚ ਆ ਜਾਊਂਗਾ। ਉਹਦੇ ਨਾਲ ਜੁੜਨ ਵਾਲਾ ਵੀ ਜਿਹੜਾ ਬੰਦਾ, ਉਹਦਾ ਨਿੱਜ ਉੱਥੇ ਖੜ੍ਹਾ, ਉਹਦਾ ਸਵਾਰਥ ਉੱਥੇ ਖੜ੍ਹਾ ਕਿ ਜੇ ਇਹ ਪਾਵਰ 'ਚ ਆ ਗਿਆ ਤਾਂ ਮੈਨੂੰ ਪਾਵਰ ਮਿਲੂਗੀ। ਹੀ ਔਰ ਸ਼ੀ ਇਜ਼ ਨਾਟ ਥਿੰਕਿੰਗ ਅਬਾਊਟ ਕਿ ਪੂਰਾ ਸਿਸਟਮ ਸਹੀ ਹੋ ਜਾਵੇ। ਪੂਰਾ ਸਿਸਟਮ ਸਹੀ ਹੋਣ ਦੇ ਵਿੱਚ ਸ਼ਾਇਦ ਉਹਨੂੰ ਨੁਕਸਾਨ ਹੋ ਜਾਵੇ। ਇਸ ਤਰ੍ਹਾਂ ਹੈਗਾ ਕਿ ਆਪਾਂ ਪੰਜਾਬ ਸਪੈਸੀਫਿਕ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਹੋ ਕੀ ਰਿਹਾ ਹੈ, ਇਹ ਪਰਿਆਵਰਨ ਪਹਿਲਾਂ ਕਿੱਥੇ ਸੀ, ਹੁਣ ਕਿਵੇਂ ਹੈ, ਜਾਂ ਕਿਸੇ ਵੀ ਅਸੀਂ ਸਮੱਸਿਆ ਨੂੰ ਦੇਖਦੇ ਹਾਂ, ਉਹ ਜੀਵਨ ਦੇ ਵਿੱਚ ਨੀਰਸਤਾ ਬਹੁਤ ਜ਼ਿਆਦਾ ਔਰ ਨਿਰਾਸ਼ਾ ਭਰ ਰਹੀ ਹੈ। ਸੋ ਵੀ ਆਰ ਨਾਟ ਅ ਹੈਪੀ ਸੁਸਾਇਟੀ। ਬੇਸਿਕਲੀ ਇਹੀ ਚੀਜ਼ ਹੈ। ਇਸ ਤਰ੍ਹਾਂ ਦੇ ਮੁੱਦੇ ਨੇ। ਜਿਹੜਾ ਲੁੱਟ ਰਿਹਾ, ਸੋ ਕਾਲਡ ਅਸੀਂ ਕਹਿ ਰਹੇ ਹਾਂ, ਉਹਨੂੰ ਵੀ ਚੈਨ ਨਹੀਂ, ਅਤੇ ਜਿਹੜਾ ਲੁੱਟਿਆ ਜਾ ਰਿਹਾ ਤਾਂ ਵੀ ਆਰ ਆਲ ਇਨ ਦ ਸੇਮ ਬੋਟ, ਚਾਹੇ ਅਸੀਂ ਅਲੱਗ ਅਲੱਗ ਖੜ੍ਹੇ ਹਾਂ। ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਕੋਈ ਜ਼ਿਆਦਾ ਉਲਝਿਆ ਹੋਇਆ ਮਸਲਾ ਨਹੀਂ ਹੈ। ਜੇ ਅਸੀਂ ਇਹਦੀ ਬੁਨਿਆਦ ਨੂੰ, ਬੇਸਿਕਸ ਨੂੰ ਪਕੜੀਏ ਵੀ ਇਹ ਹੋ ਕਿਉਂ ਰਿਹਾ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੀਆਂ ਨਾ ਪ੍ਰਾਇਰਟੀਜ਼ ਜਿਹੜੀਆਂ ਹੈਗੀਆਂ ਨੇ, ਜੇ ਅੱਖਰ ਮੈਂ ਸੈਲਫਿਸ਼ਨੈਸ ਵਰਤੂੰਗਾ ਤਾਂ ਸ਼ਾਇਦ ਤੁਹਾਨੂੰ ਚੰਗਾ ਨਾ ਲੱਗੇ, ਪਰ ਇਮਾਨਦਾਰੀ ਨਾਲ ਸ਼ਾਇਦ ਉਹੀ ਇੱਕ ਢੁਕਵਾਂ ਅਕਸਰ ਹੈ। ਹੁਣ ਆਹ ਜਿਹੜੀ ਮੇਰੀ ਬਾਡੀ ਹੈ, ਇਹ ਮੈਂ ਆਪਣੇ ਆਪ 'ਚ ਇਨਕਲੂਡ ਕਰਦਾ। ਇਹਨੂੰ ਕਿਸ ਤਰ੍ਹਾਂ ਰੱਖਣਾ ਮੈਂ, ਉਹ ਤੁਹਾਨੂੰ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਮੇਰੀ ਇਨਕਲੂਸਿਵਨੈਸ ਮੇਰੇ ਬੱਚਿਆਂ 'ਤੇ, ਮੇਰੇ ਮਿੱਤਰਾਂ 'ਤੇ, ਮੇਰੇ ਪੇਰੈਂਟਸ 'ਤੇ ਚਲੀ ਜਾਂਦੀ ਹੈ। ਮਤਲਬ ਤੁਸੀਂ ਇਹ ਦੇਖੋਗੇ ਕਿ ਜਿੰਨੀ ਦੂਰ ਹੁੰਦਾ ਜਾ ਰਿਹਾ ਓਨਾ ਆਈ ਡੋਂਟ ਕੇਅਰ। ਤੁਸੀਂ ਹੋਰ ਅੱਖਰ ਵਰਤ ਲਓ ਜੇ ਕੋਈ ਪੋਲੀਟੀਕਲੀ ਕਰੈਕਟ ਅੱਖਰ ਹੋਣਾ, ਬਟ ਜਿੰਨਾ ਤੁਹਾਡੇ ਤੋਂ ਫਾਰਦੈਸਟ ਹੋ ਗਿਆ ਓਨਾ ਯੂ ਡੋਂਟ ਕੇਅਰ, ਯੂ ਡੋਂਟ ਗਿਵ ਇਟ ਅ ਟਾਈਮ। ਅਤੇ ਸਮੇਂ ਦੇ ਵਿੱਚ ਵਾਰੀ ਵਾਰੀ ਅਸੀਂ ਦੇਖਦੇ ਹਾਂ ਕਿ ਕੋਈ ਲੋਕ ਪਾਵਰ 'ਚ ਆਉਂਦੇ ਨੇ, ਕੋਈ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ, ਉਹਨਾਂ ਦਾ ਉਤਪੀੜਨ ਹੁੰਦਾ। ਇਹਨੂੰ ਵੀ ਜੇ ਅਸੀਂ ਸਮਝੀਏ ਤਾਂ ਜੇ ਹੁਣ ਹਾਲ ਹੀ ਦੇ ਮੋਰਚੇ ਦੀ ਆਪਾਂ ਗੱਲ ਕਰ ਲਈਏ, ਜਸਟ ਟੂ ਅੰਡਰਸਟੈਂਡ ਇਹ ਐਡਾ ਬੜਾ ਔਰ ਸਕਸੈਸਫੁਲ ਕਿਵੇਂ ਹੋ ਗਿਆ, ਦਿਨਾਂ ਦੇ ਵਿੱਚ ਹੀ ਕਿਵੇਂ ਸਕਸੈਸਫੁਲ ਹੋ ਗਿਆ।
ਅਸੀਂ ਹੁਕਮਰਾਨਾਂ ਦੀ ਗੱਲ ਨਹੀਂ ਕਰਦੇ, ਅਸੀਂ ਲੋਕਾਂ ਦੀ ਗੱਲ ਨਹੀਂ ਕਰਦੇ, ਉਹ ਕੋਈ ਵੀ ਹੋ ਸਕਦਾ ਹੈ। ਇਟ ਇਜ਼ ਨਾਟ ਕੰਸਰਨਡ ਕਿ ਇਹ ਪਰਟੀਕੂਲਰ ਬੰਦਾ ਜਾਂ ਇਹ ਪਰਟੀਕੂਲਰ ਬੰਦਾ, ਵੀ ਜਸਟ ਟਾਕਿੰਗ ਅਬਾਊਟ ਹਿਊਮਨ ਨੇਚਰ। ਤੋ ਇਸ ਦੌਰਾਨ ਇਹ ਹੋਣ ਲੱਗ ਗਿਆ ਕਿ ਮੈਨੂੰ ਇਹ ਸਮਝ ਆ ਰਿਹਾ ਹੈ ਕਿ ਮੇਰਾ ਘਰ ਖੋਇਆ ਜਾ ਰਿਹਾ ਜਾਂ ਮੇਰੀ ਜ਼ਮੀਨ ਖੋਈ ਜਾ ਰਹੀ ਹੈ। ਉਹ ਖੋਈ ਜਾ ਰਹੀ ਹੈ ਜਾਂ ਨਹੀਂ ਖੋਈ ਜਾ ਰਹੀ, ਉਹ ਇੱਕ ਅਲੱਗ ਚਰਚਾ ਦਾ ਵਿਸ਼ਾ, ਠੀਕ ਹੈ। ਤੋ ਮੈਂ ਉਹਦੇ ਵਾਸਤੇ ਐਫਰਟਸ ਕਰ ਰਿਹਾ, ਬਟ ਉਹੀ ਸਿਨੈਰੀਓ ਮੇਰੇ ਪੜੋਸੀ ਦਾ ਵੀ ਹੋ ਗਿਆ, ਉਹੀ ਸਿਨੈਰੀਓ ਤੁਹਾਡਾ ਵੀ ਹੋ ਗਿਆ। ਇੱਕ ਸਮਾਜ ਦੇ ਵੱਡੇ ਹਿੱਸੇ ਦੇ ਵਿੱਚ ਇਹ ਨਰੇਟਿਵ ਬਿਲਡ ਹੋ ਗਿਆ ਕਿ ਸਾਡੀ ਜ਼ਮੀਨ ਜਾ ਰਹੀ ਹੈ। ਹੁਣ ਤੁਸੀਂ ਇਮੈਜਿਨ ਕਰੋ ਕਿ ਜੇ ਤੁਹਾਡਾ ਘਰ ਜਾ ਰਿਹਾ ਹੈ ਤਾਂ ਤੁਸੀਂ ਸਭ ਕੰਮ ਛੱਡ ਦੋਗੇ, ਤੁਹਾਡੇ ਵਾਸਤੇ ਕੋਈ ਪ੍ਰਾਇਰਟੀ ਹੋਰ ਨਹੀਂ ਹੈ। ਤੁਸੀਂ ਦੌੜੋਗੇ, ਭੱਜੋਗੇ, ਕੋਰਟ ਕਚਹਿਰੀ ਜਾਓਗੇ, ਜੋ ਵੀ ਪੋਸੀਬਲ ਹੈ, ਜੇਬ 'ਚੋਂ ਪੈਸੇ ਵੀ ਖਰਚੋਗੇ। ਤੁਸੀਂ ਕਹੋਗੇ ਯਾਰ ਬਾਕੀ ਸਾਰੀਆਂ ਗੱਲਾਂ ਬਾਅਦ 'ਚ, ਪਹਿਲਾਂ ਯਾਰ ਘਰ ਤਾਂ ਬਚਾਈਏ, ਸੜਕ 'ਤੇ ਆ ਜਾਵਾਂਗੇ। ਤੋ ਇੱਕ ਲੋਕ ਲਹਿਰ ਬਣ ਗਈ ਇਹ। ਉਹ ਲੋਕ ਲਹਿਰ ਬਣ ਗਈ ਤਾਂ ਉਹਨੂੰ ਢਾਣਾ ਕਿਸੇ ਦੇ ਵੱਸ ਦਾ ਨਹੀਂ ਹੈਗਾ, ਕਿਉਂਕਿ ਇੱਕੋ ਹੀ ਮੁੱਦਾ ਕਹੋ ਤੁਸੀਂ, ਮੈਂ ਜੇ ਉਹਨੂੰ ਨਿੱਜ ਕਹੂੰਗਾ ਜਾਂ ਆਪਣਾ ਸਵਾਰਥ ਕਹੂੰਗਾ ਤਾਂ ਸ਼ਾਇਦ ਕਹਿਣ ਸੁਣਨ 'ਚ ਚੰਗਾ ਨਾ ਲੱਗੇ, ਪਰ ਅੱਖਰ ਤੁਸੀਂ ਕੋਈ ਵੀ ਵਰਤ ਲਓ, ਉਹ ਫਿਰ ਵੱਡਾ ਹੋ ਗਿਆ। ਉਹ ਕਿਸੇ ਵੀ ਔਡ ਨੂੰ ਸਰ ਕਰ ਲੂਗਾ। ਉਹ ਜਦੋਂ ਉਹ ਸਰ ਹੋ ਗਿਆ ਜਾਂ ਸਾਨੂੰ ਸਮਝ ਆਉਣ ਲੱਗਿਆ ਕਿ ਇਹ ਸਰ ਹੋ ਗਿਆ, ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਨੈਕਸਟ ਪ੍ਰਾਇਰਟੀਜ਼ ਨੇ ਉਹ ਅੱਗੇ ਆਉਣਗੀਆਂ। ਉਹ ਪ੍ਰਾਇਰਟੀ ਕੋਈ ਬੰਦਾ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੋਊਗਾ, ਕਿਸੇ ਨੂੰ ਪੈਸੇ ਦੀ ਚਾਹਤ ਹੋਊਗੀ, ਕਿਸੇ ਨੂੰ ਬਹੁਤ ਸਾਰੀਆਂ, ਮਤਲਬ ਡਾਈਵਰਸ ਹਿਊਮੈਨਿਟੀ ਹੈ, ਬਟ ਮੇਰੀ ਨੈਕਸਟ ਪ੍ਰਾਇਰਟੀ ਅੱਗੇ ਆ ਜਾਊਗੀ। ਤਾਂ ਅਸੀਂ ਫਿਰ ਇੱਕ ਨਹੀਂ ਰਹਿੰਦੇ, ਉਹ ਖਿੰਡ ਜਾਂਦਾ ਉਹ ਸਾਰਾ ਦਾ ਸਾਰਾ। ਇਹ ਖਿਲਾਰਾ ਸ਼ਾਇਦ ਤੁਹਾਨੂੰ ਲੱਗੇ ਵੀ ਮੈਂ ਆਫ ਟਰੈਕ ਗੱਲ ਕਰ ਰਿਹਾ, ਬਟ ਇਵੈਂਚੁਅਲੀ ਇਹ ਉਹਦੇ ਨਾਲ ਹੀ ਜੁੜਦਾ। ਅਤੇ ਜੇ ਮੈਂ SKM ਦੀ ਗੱਲ ਕਹਾਂ, ਪਹਿਲਾਂ ਹੈ ਨਹੀਂ ਸੀ, ਫਿਰ ਸੀਗਾ, ਅੱਜ ਫਿਰ ਉਹ ਖਖੜਾਂ ਕਰੇਲੇ ਹੁੰਦੇ ਸਾਨੂੰ ਨਜ਼ਰ ਆ ਰਿਹਾ। ਉਹਦਾ ਰੀਜ਼ਨ ਇਹੀ ਰੀਜ਼ਨ ਹੈ, ਇਹ ਉਹਦਾ ਇਹੀ ਰੀਜ਼ਨ ਹੈ। ਤੋ ਇਹ ਜਿਹੜੀ ਅਸੀਂ ਗੱਲ ਇਨਵਾਇਰਮੈਂਟ ਦੀ ਕਰਦੇ ਹਾਂ ਜਾਂ ਕਿਸੇ ਹੋਰ ਚੀਜ਼ ਦੀ ਕਰਦੇ ਹਾਂ, ਇਹ ਵੀ ਸਾਡੇ ਨਿੱਜ ਨਾਲ ਜੁੜੀ ਹੋਈ ਹੈ। ਜੇ ਤੁਸੀਂ ਇਹਨੂੰ ਬੜੇ ਇਮਾਨਦਾਰੀ ਨਾਲ ਦੇਖਣ ਦੀ ਕੋਸ਼ਿਸ਼ ਕਰੋ, ਸ਼ਾਇਦ ਤੁਹਾਨੂੰ ਲੱਗਦਾ ਹੋਵੇ ਤੁਸੀਂ ਹੇਰਾ ਫੇਰੀ ਨਹੀਂ ਕਰਦੇ। ਮੈਂ ਨਾ ਇੱਕ ਵਾਰੀ ਐਕਸਪੈਰੀਮੈਂਟ ਕੀਤਾ ਸੀਗਾ। ਸਾਡੇ ਕੋਲ ਇੱਕ ਫਰਿੱਜ ਸੀਗਾ ਬਿਲਕੁਲ ਠੀਕ ਠਾਕ, ਅਸੀਂ ਉਹਨੂੰ ਇੱਥੋਂ ਫੈਕਟਰੀ ਸ਼ਿਫਟ ਕਰ ਰਹੇ ਸੀ, ਕੁਛ ਨਹੀਂ ਸੀ ਹੋਇਆ। ਅਸੀਂ ਰਸਤੇ ਦੇ ਵਿੱਚ ਇੱਕ ਬਹੁਤ ਅੱਛੇ ਮਕੈਨਿਕ ਨੂੰ, ਜਿਹੜਾ ਮੰਨਿਆ ਜਾਂਦਾ ਵੀ ਇਹ ਇਮਾਨਦਾਰ ਵਧੀਆ ਮਕੈਨਿਕ ਹੈ, ਉਹਨੂੰ ਉੱਥੇ ਰੱਖਤਾ। ਅਸੀਂ ਕਿਹਾ ਵੀ ਇਹ ਦੇਖੀ ਯਾਰ, ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਐਂਡ ਵੀ ਨਿਊ ਕਿ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਉਹਨੇ ਚੈੱਕ ਚੁੱਕ ਕਰਕੇ ਸਾਨੂੰ ਕਹਿੰਦਾ ਜੀ 9000 ਰੁਪਈਆ ਲੱਗੂਗਾ ਇਹਦਾ, ਵੀ ਇਹਦਾ ਕੰਪਰੈਸਰ ਪਊਗਾ। ਇਸੇ ਤਰ੍ਹਾਂ TV ਵਾਲੇ ਨਾਲ ਹੋਇਆ, ਇਸੇ ਤਰ੍ਹਾਂ ਸਭ ਨਾਲ ਹੋਇਆ। ਤੋ ਕਿਤੇ ਨਾ ਕਿਤੇ ਸਾਡੇ ਅੰਦਰ ਹੇਰਾ ਫੇਰੀ ਦੀ, ਇਹ ਅੱਖਰ ਵੀ ਨਹੀਂ ਤੁਹਾਨੂੰ ਫਿੱਟ ਲੱਗਣਾ, ਕੁਇਕ ਮਨੀ ਬਣਾਉਣ ਦੀ, ਬਹੁਤ ਜਲਦੀ ਪੈਸੇ ਬਣਾਉਣ ਦੀ ਇੱਕ ਪ੍ਰਵਿਰਤੀ ਹੈ ਸਾਡੀ। ਤੁਹਾਡੇ 'ਚ ਵੀ ਹੋਊਗੀ, ਮੇਰੇ 'ਚ ਵੀ ਹੋਊਗੀ, ਕਿਸੇ 'ਚ ਥੋੜ੍ਹੀ ਜ਼ਿਆਦਾ ਹੋਊਗੀ, ਕਿਸੇ 'ਚ ਥੋੜ੍ਹੀ ਘੱਟ ਹੋਊਗੀ। ਤੋ ਇਹ ਜਿਹੜਾ ਨਿੱਜ ਹੈ ਸਾਡਾ, ਇਹ ਹਾਵੀ ਹੋ ਜਾਂਦਾ। ਫਿਰ ਅਸੀਂ ਗਲੋਬਲੀ ਨਹੀਂ ਸੋਚਦੇ। ਜੇ ਅੱਜ ਤੋਂ ਕੁਛ ਸਾਲ ਜੇ ਤੁਸੀਂ ਪਿੱਛੇ ਜਾਓ ਤਾਂ ਜਦੋਂ ਉਹ ਬੀਜਦੇ ਹੁੰਦੇ ਸੀਗੇ, ਤੁਸੀਂ ਰੱਬ ਦਾ ਡਰ ਕਹਿ ਲਓ ਜਾਂ ਕੁਛ ਵੀ ਕਹਿ ਲਓ, ਲੋਕਾਂ ਨੂੰ ਇਹ ਅਹਿਸਾਸ ਸੀਗਾ ਕਿ ਯਾਰ ਮੇਰਾ ਤੁਹਾਡੇ ਬਗੈਰ ਸਰਨਾ ਨਹੀਂ, ਕਿਉਂਕਿ ਖੇਤ ਜਿਹੜਾ ਹੈਗਾ ਮੈਂ ਇਕੱਲਾ ਨਹੀਂ ਸੀ ਉਹਨੂੰ ਪਲੋ ਕਰ ਸਕਦਾ, ਮੈਨੂੰ ਨਾਲ ਬੰਦੇ ਚਾਹੀਦੇ ਹੁੰਦੇ ਸੀਗੇ। ਤੋ ਇੱਕ ਸਿਵਲ ਸੁਸਾਇਟੀ ਚਾਹੀਦੀ ਹੁੰਦੀ ਸੀ। ਤਾਂ ਉਦੋਂ ਲੋਕਾਂ ਨੂੰ ਕੀ ਕਰਦੇ ਸੀ, ਜਦੋਂ ਉਹ ਬਰੋਡਕਾਸਟ ਕਰਦੇ ਸੀ, ਸੀਡ ਨੂੰ ਸਿੱਟਦੇ ਸੀਗੇ, ਉਹ ਕਹਿੰਦੇ ਸੀਗੇ ਚਿੜੀ ਜਨੌਰ ਦਾ ਭਾਗੀ, ਹਾਲੀਆਂ ਪਾਲੀਆਂ ਦਾ ਭਾਗੀ, ਰਾਹੀਆਂ ਪਾਂਦੀਆਂ ਦਾ ਭਾਗੀ। ਮਤਲਬ ਵੀ ਇਹਦੇ ਵਿੱਚੋਂ ਇੱਕ ਹਿੱਸਾ ਕੁਦਰਤ ਦਾ ਵੀ ਹੈ, ਚਿੜੀਆਂ ਦਾ ਵੀ ਹੈ, ਇੱਕ ਹਿੱਸਾ ਜਿਹੜਾ ਉਗਾ ਰਿਹਾ ਉਹਦਾ ਵੀ ਹੈ, ਔਰ ਉਹ ਸ਼ੇਅਰ ਕਰਦੇ ਸੀ ਉਹਨੂੰ। ਤੁਸੀਂ ਕਹੋਗੇ ਇਜ਼ ਇਟ ਕਾਈਂਡਨੈਸ? ਐਕਸਕਿਊਜ਼ ਮੀ ਫॉर ਬੀਇੰਗ ਰਫ, ਇਟ ਇਜ਼ ਨਾਟ ਬੀਇੰਗ ਕਾਈਂਡ, ਠੀਕ ਹੈ। ਜੇ ਤੁਸੀਂ ਉਹਨੂੰ ਬੜਾ ਸਟ੍ਰਿਕਟ ਜਿਹਾ ਹੋ ਕੇ ਸੋਚਦੇ ਹੋ, ਉਹ ਮੈਂ ਇਸ ਕਰਕੇ ਕਰ ਰਿਹਾ ਕਿ ਉਹਦੇ ਏਵਜ਼ ਦੇ ਵਿੱਚ ਮੈਨੂੰ ਪਤਾ ਵੀ ਇਹ ਚੀਜ਼ ਮੈਨੂੰ ਮਿਲੂਗੀ, ਚਾਹੇ ਗੋਡ ਦੀ ਬਲੈਸਿੰਗ ਹੈ, ਚਾਹੇ ਉਹ ਕੁਛ ਵੀ ਹੋ ਰਿਹਾ ਹੈਗਾ, ਰਾਈਟ। ਤਾਂ ਉਹ ਚੱਲਦਾ ਰਿਹਾ, ਬਟ ਇਵੈਂਚੁਅਲੀ ਵੀ ਐਕਸਪੈਂਡਡ। ਜਦੋਂ ਅਸੀਂ ਐਕਸਪੈਂਡ ਹੋ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਯਾਰ ਤੁਹਾਡੀ ਮੈਨੂੰ ਲੋੜ ਨਹੀਂ ਹੈਗੀ, ਇਹ ਤਾਂ ਮੈਂ ਖੁਦ ਹੀ ਕਰ ਲੂੰਗਾ। ਤਾਂ ਮੇਰੇ ਨਿੱਜ ਜਿਹੜੇ ਨੇ ਉਹ ਭਾਰੂ ਹੁੰਦੇ ਚਲੇ ਗਏ। ਇਹ ਤੁਸੀਂ ਇਹਨੂੰ ਤੁਸੀਂ ਕਿਸੇ ਜੀਓਗ੍ਰਾਫੀਕਲ ਲਾਈਨ ਦੇ ਵਿੱਚ ਨਾ ਵੰਡੋ। ਤੁਸੀਂ ਪੰਜਾਬ ਕਿਹਾ, ਇਸ ਤੋਂ ਬਰੋਡਰ ਸੈਂਸ ਅਸੀਂ ਹਿੰਦੁਸਤਾਨ ਕਹਿ ਸਕਦੇ ਹਾਂ। ਰੀਸੈਂਟਲੀ ਇੱਕ ਮੈਂ ਮੂਵੀ ਦੇਖ ਰਿਹਾ ਸੀਗਾ, ਡੋਂਟ ਲੁੱਕ ਅਪ, ਅਮਰੀਕਾ ਦੀ ਮੂਵੀ ਬਣੀ ਹੋਈ ਸੀ। ਉਹਦਾ ਜੇ ਸੰਖੇਪ ਦੇ ਵਿੱਚ ਮੈਂ ਦੱਸਾਂ ਤਾਂ ਇੱਕ ਸਾਇੰਸਦਾਨ ਸੀਗਾ ਅਤੇ ਉਹਦੀ PhD ਕਰ ਰਹੀ ਸਟੂਡੈਂਟ ਸੀ। ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਉੱਪਰੋਂ ਇੱਕ ਮੀਟੀਓਰ ਸ਼ਾਇਦ 5-6 ਕਿਲੋਮੀਟਰ ਵਾਲਾ ਇੰਨੇ ਮਹੀਨੇ, ਇੰਨੇ ਦਿਨ, ਇੰਨੇ ਮਿੰਟਾਂ ਬਾਅਦ ਉੱਪਰੋਂ ਗਿਰੂਗਾ ਔਰ ਪੂਰੀ ਧਰਤੀ ਨੂੰ ਤਬਾਹ ਕਰ ਦੂਗਾ। ਉਹ ਉਹਨਾਂ ਨੂੰ ਸਪੈਸ਼ਲ ਫਲਾਈ ਕੀਤਾ ਸਭ ਤੋਂ ਉੱਪਰਲੀ ਟੌਪ, ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਦੇ ਕੋਲ,
ਕਿਵੇਂ ਪ੍ਰੈਜ਼ੀਡੈਂਟ ਨੇ ਉਹਨੂੰ ਲਾਈਟਲੀ ਲਿੱਤਾ, ਕਿਵੇਂ ਉਹਨੂੰ ਇਲੈਕਸ਼ਨ ਦਾ ਮੁੱਦਾ ਬਣਾਇਆ, ਕਿਵੇਂ ਸਿਵਲ ਸੁਸਾਇਟੀ ਨੇ ਆਪਣੀਆਂ ਜਿਹੜੀਆਂ ਨੇ ਕੌਨਸਪੀਰੇਸੀਜ਼ ਥਿਊਰੀਆਂ ਬਣਾ ਰਹੀਆਂ। ਮੈਂ ਕੁਝ ਕਹਿ ਰਿਹਾ, ਤੁਸੀਂ ਕੁਝ ਕਹਿ ਰਹੇ ਹੋ, ਕੋਈ ਕਹਿ ਰਿਹਾ ਝੂਠ ਹੈ, ਕੋਈ ਇਹ ਸੱਚ ਹੈ। ਮਤਲਬ ਐਡੇ ਬੜੇ ਮੁੱਦੇ ਦਾ ਵੀ ਮਖੌਲ ਬਣਾਤਾ। ਅਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਜ਼ਰੂਰਤ ਨਹੀਂ ਹੈ ਸੁਸਾਇਟੀ। ਜਦੋਂ ਮੈਂ ਸੁਸਾਇਟੀ ਕਹਿ ਰਿਹਾ, ਮੈਂ ਪੂਰੇ ਵਰਲਡ ਦੀ ਗੱਲ ਕਰ ਰਿਹਾ। ਔਰ ਮੈਨੂੰ ਲੱਗ ਰਿਹਾ ਸੀਗਾ ਕਿ ਮੇਰੇ ਪਿਛਲੇ 7 ਸਾਲ ਦਾ ਐਕਸਪੀਰੀਅੰਸ ਉਹ ਸਿਨੇਮਾ ਦੇ ਵਿੱਚ ਚੱਲ ਰਿਹਾ, ਜਿਵੇਂ ਉਹਨਾਂ ਦੀ ਸੁਣੀ ਨਹੀਂ ਸੀ ਜਾ ਰਹੀ। ਮੈਂ ਵੀ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਐਂਡ ਆਮ ਨਾਟ ਅ ਗੁੱਡ ਪਰਸਨ। ਮੈਂ ਉਹ ਕਰਨ ਦੀ ਇਸ ਕਰਕੇ ਕਰ ਰਿਹਾ ਸੀ ਕਿ ਮੈਨੂੰ ਮਜ਼ਾ ਆ ਰਿਹਾ ਸੀਗਾ। ਮੈਂ ਬਹੁਤ ਸਾਰੇ ਕੰਮ ਕਰਕੇ ਥੱਕ ਚੁੱਕਿਆ। ਹੁਣ ਮੈਨੂੰ ਲੱਗਦਾ ਵੀ ਯਾਰ ਕੁਛ ਜੋ ਅਸੀਂ ਉਲਟਾ ਸਿੱਧਾ ਕੀਤਾ ਉਹਨੂੰ ਅਨਵਾਇੰਡ ਕਰੀਏ, ਪਰ ਮੈਂ ਨਹੀਂ ਕਰ ਪਾਇਆ ਉਹ। ਆਮ ਨਾਟ ਬਲੇਮਿੰਗ ਐਨੀਬਡੀ, ਔਰ ਕੋਈ ਸਿੰਗਲ ਬੰਦਾ ਬਲੇਮ ਵੀ ਨਹੀਂ ਹੋ ਸਕਦਾ ਇਸ ਵਾਸਤੇ। ਤੋ ਜਿਵੇਂ ਬਿਊਰੋਕ੍ਰੇਸੀ ਕਰ ਰਹੀ ਸੀ, ਜਿਵੇਂ ਪੋਲੀਟਿਕਸ ਕਰ ਰਹੀ ਸੀ, ਜਿਵੇਂ ਉੱਥੇ ਦੇ ਸਿਵਿਲੀਅਨਸ ਕਰ ਰਹੇ ਸੀਗੇ, ਇਟਸ ਅ ਵੰਡਰਫੁਲ ਮੂਵੀ। ਔਰ ਐਂਡ ਦੇ ਉੱਤੇ ਉਹਦੇ ਵਿੱਚ ਇਹੀ ਹੋਇਆ ਕਿ ਉਹ ਮੀਟੀਓਰ ਆ ਗਿਆ, ਵਾਕਈ ਆ ਗਿਆ। ਔਰ ਜਦੋਂ ਪ੍ਰੈਜ਼ੀਡੈਂਟ ਫਲਾਈ ਕਰੀ ਉਹ ਆਊਟਰ ਸਪੇਸ ਕਿਤੇ ਜਗ੍ਹਾ ਬਣਾਈ ਸੀ ਉਹਨਾਂ ਨੇ, ਉਹ ਆਪਣੇ ਮੁੰਡੇ ਨੂੰ ਲਿਜਾਣਾ ਭੁੱਲ ਗਈ। ਮਤਲਬ ਇਟਸ ਅ ਵੰਡਰਫੁਲ ਮੂਵੀ। ਇਟ ਮੇ ਨਾਟ ਬੀ ਅ ਫੈਕਟ ਬਟ ਇਟ ਇਜ਼ ਅ ਟਰੂਥ। ਇੱਕ ਸੁਸਾਇਟੀ ਐਜ਼ ਅ ਹੋਲ ਦੀ ਬੜੀ ਜ਼ਬਰਦਸਤ ਰਿਫਲੈਕਸ਼ਨ ਹੈ। ਇਹ ਜਿੰਨੇ ਵੀ ਮੁੱਦੇ ਤੁਸੀਂ ਐਡਰੈਸ ਕੀਤੇ, ਇਹ ਮੁੱਦਿਆਂ ਦਾ ਬੇਸ ਕੀ ਹੈ? ਬੇਸ ਹੈਗਾ ਸ਼ਾਰਟਕਟ, ਪਾਵਰ ਜਾਂ ਪੈਸਾ। ਹੋਰ ਤਾਂ ਕੋਈ ਇਹਦੇ ਵਿੱਚ ਸਵਾਲ ਹੀ ਨਹੀਂ ਹੈਗਾ। ਕਿਉਂਕਿ ਜੇ ਤੁਹਾਡੇ ਘਰ ਵਿਪਤਾ ਪੈਂਦੀ ਹੈ ਤਾਂ ਮੈਨੂੰ ਉਹਦੇ ਨਾਲ ਕੁਛ ਲੈਣਾ ਦੇਣਾ ਨਹੀਂ ਹੈਗਾ। ਲੈਟ ਅਸ ਫੇਸ ਇਟ। ਮੈਂ ਅਵੋਇਡ ਕਰੂੰਗਾ, ਛੱਡ ਯਾਰ ਇਹ ਕਿਹੜਾ ਮੇਰੀ ਪ੍ਰੋਬਲਮ ਹੈ। ਤੋ ਇਹ ਦਿੱਕਤਾਂ ਇਸ ਤਰ੍ਹਾਂ ਹੀ ਆਉਣਗੀਆਂ ਔਰ ਇਸ ਤਰ੍ਹਾਂ ਹੀ ਵੱਧਦੀਆਂ ਚਲੀਆਂ ਜਾਣਗੀਆਂ ਜਦ ਤੱਕ ਅਸੀਂ ਇੱਕ ਬਹੁਤ ਸਟਰੋਂਗ ਸਿਵਲ ਸੁਸਾਇਟੀ ਨਹੀਂ ਬਣਾਉਂਦੇ। ਉਹ ਬਣ ਜਾਏਗੀ, ਕਿਉਂਕਿ ਇੱਕ ਟਾਈਮ ਇਹੋ ਜਿਹਾ ਆ ਗਿਆ ਉਹ ਕਿ ਹੁਣ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਜਾਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ, ਹਰੇਕ ਬੰਦੇ ਨੂੰ ਇੱਕ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ। ਲੈਟ ਅਸ ਬੀ ਵੈਰੀ ਓਨੈਸਟ, ਲਾਅਲੈਸਨੈਸ ਹੈ ਚਾਰੇ ਪਾਸੇ। ਮੈਂ ਸਾਈਕਲ 'ਤੇ ਆ ਰਿਹਾ ਆਰਾਮ ਨਾਲ ਹੈ ਜੀ, ਅਤੇ ਇੱਕ ਸ਼ਰਾਬ ਪੀਤਾ ਹੋਇਆ ਡਰਾਈਵਰ ਗੱਡੀ ਦੇ ਵਿੱਚ ਆ ਰਿਹਾ, ਉਹਨੇ ਲਿਆ ਕੇ ਰੋਂਗ ਸਾਈਡ ਗੱਡੀ ਮੇਰੇ ਮਾਰੀ। ਸਹੀ ਕੌਣ? ਜਿਹਦੇ ਕੋਲ ਪਾਵਰ ਹੈ, ਜਿਹਦੀ ਸੁਣਵਾਈ ਹੈ। ਹੁਣ ਜੇ ਉਹ ਬੰਦਾ ਇੱਕ ਅਫਸਰ ਨੂੰ ਜਾਣਦਾ ਤਾਂ ਮੈਨੂੰ ਦੌੜਾ ਦੇਣਗੇ ਉਹ। ਸਪੋਜ਼ ਮੈਂ 10 ਬੰਦੇ ਇਕੱਠੇ ਕਰ ਲਏ ਅਤੇ ਉਹ ਫਿਰ ਇਹਦੇ 'ਤੇ ਹਾਵੀ ਹੋ ਜਾਊਗਾ, ਉਹਨੇ ਕੁਛ ਹੋਰ ਕਰ ਲਿਆ ਤਾਂ ਉਹਦੇ 'ਤੇ ਸਹੀ ਗਲਤ ਦਾ ਮੈਨਾ ਖ਼ਤਮ ਹੋ ਚੁੱਕਿਆ ਇਹਦਾ। ਤਾਂ ਸਹੀ ਗਲਤ ਦਾ ਜਦੋਂ ਮੈਨਾ ਖ਼ਤਮ ਹੋ ਗਿਆ ਤਾਂ ਹਰ ਬੰਦੇ ਨੂੰ ਇੱਕ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ। ਉਹਨੂੰ ਇਸ ਤਰ੍ਹਾਂ ਚਾਹੀਦਾ ਵੀ ਕੋਈ ਬੰਦਾ ਪਾਵਰ ਦੇ ਵਿੱਚ ਮੇਰੇ ਨਾਲ ਹੋਵੇ। ਅੱਜ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਗਾਲੀ ਕੱਢ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਹਰੇਕ ਦਾ ਇੱਕ ਥਾਟ ਪ੍ਰੋਸੈਸ ਹੈ, ਇੱਕ ਤਰੀਕਾ ਜਿਹੜਾ ਉਹਨੂੰ ਲੱਗਦਾ ਕਿ ਇਹ ਕੰਮ ਕਰੂਗਾ ਔਰ ਮੈਂ ਪਾਵਰ ਦੇ ਵਿੱਚ ਆ ਜਾਊਂਗਾ। ਉਹਦੇ ਨਾਲ ਜੁੜਨ ਵਾਲਾ ਵੀ ਜਿਹੜਾ ਬੰਦਾ, ਉਹਦਾ ਨਿੱਜ ਉੱਥੇ ਖੜ੍ਹਾ, ਉਹਦਾ ਸਵਾਰਥ ਉੱਥੇ ਖੜ੍ਹਾ ਕਿ ਜੇ ਇਹ ਪਾਵਰ 'ਚ ਆ ਗਿਆ ਤਾਂ ਮੈਨੂੰ ਪਾਵਰ ਮਿਲੂਗੀ। ਹੀ ਔਰ ਸ਼ੀ ਇਜ਼ ਨਾਟ ਥਿੰਕਿੰਗ ਅਬਾਊਟ ਕਿ ਪੂਰਾ ਸਿਸਟਮ ਸਹੀ ਹੋ ਜਾਵੇ। ਪੂਰਾ ਸਿਸਟਮ ਸਹੀ ਹੋਣ ਦੇ ਵਿੱਚ ਸ਼ਾਇਦ ਉਹਨੂੰ ਨੁਕਸਾਨ ਹੋ ਜਾਵੇ, ਕਿਉਂਕਿ ਸਹੀ ਗਲਤ ਦਾ ਜਿਹੜਾ ਫਰਕ ਅਸੀਂ ਮਿਟਾਇਆ ਗਿਆ। ਤੋ ਇਹਨਾਂ ਨੂੰ ਸਪਰੈਸ ਕਰਨ ਵਾਸਤੇ ਯੁਗਾਂ ਤੋਂ ਇਹੀ ਰਹਿੰਦਾ ਰਿਹਾ ਵੀ ਪਹਿਲਾਂ ਭੁੱਖ ਦਿਓ ਫਿਰ ਭੀਖ ਦਿਓ। ਹੁਣ ਅੱਜ ਜੇ ਪੈਟਰੋਲ 100 ਤੋਂ 200 ਰੁਪਏ ਹੋ ਜਾਂਦਾ ਸਰ ਜੀ, ਤਾਂ ਹਰ ਚੀਜ਼ਾਂ ਦੀਆਂ ਪ੍ਰਾਈਸਿਸ ਉਹਦੇ ਹਿਸਾਬ ਨਾਲ ਟਿਊਨ ਹੋ ਜਾਣਗੀਆਂ। ਠੀਕ ਹੈ, ਤਾਂ ਮੋਰ ਔਰ ਲੈਸ ਜ਼ਿਆਦਾ ਫਰਕ ਪੈਣ ਵਾਲਾ ਨਹੀਂ ਹੈਗਾ। ਲੇਕਿਨ ਪ੍ਰਾਇਮਰੀ ਸੈਕਟਰ ਹੈ ਜਿਹੜਾ, ਜਿੱਥੋਂ ਜੇ ਆਇਰਨ ਓਰ ਨਿਕਲਣਾ ਮੰਨ ਲਓ, ਜਾਂ ਜਿੱਥੋਂ ਫਸਲ ਨਿਕਲਣੀ ਹੈ, ਬੀਜ ਨਿਕਲਣਾ, ਉਹਨੂੰ ਉੱਥੇ ਹੀ ਰੱਖਣ ਦਾ ਇੱਕ ਬਹੁਤ ਬੜਾ ਕਾਰਨ ਹੈ। ਇਹ ਤੁਸੀਂ ਇੱਕ ਰੂਰਲ ਜਿਹੜੇ ਰੂਲ ਕਰ ਰਹੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ, ਅਤੇ ਜਿਹੜੀ ਜਨਤਾ ਵੱਡੇ ਰੂਪ ਦੇ ਵਿੱਚ ਜਿਹੜੀ ਜਨਤਾ ਉਹਦੀ ਗੱਲ ਹੋ ਰਹੀ ਹੈ। ਇਹਦੇ ਕਿਸੇ ਰੰਗ ਔਰ ਕਿਸੇ ਬੰਦੇ ਨਾਲ ਜੋੜਨ ਦੀ ਜ਼ਰੂਰਤ ਨਹੀਂ ਹੈਗੀ। ਇਹ ਇੱਕ ਨਿਯਮ ਹੈ ਜੋ ਟਾਈਮ ਦੇ ਨਾਲ ਇਸ ਤਰ੍ਹਾਂ ਹੀ ਦਿੱਤਾ ਜਾ ਰਿਹਾ। ਤਾਂ ਉਹ ਜੋ ਗਰੋ ਕਰ ਰਿਹਾ ਹੈ, ਉਹ ਪ੍ਰਾਈਸਿਸ ਡਿਸਾਈਡ ਕਰਨਗੀਆਂ ਕਿ ਅੱਗੇ ਰੇਟ ਕੀ ਹੋਊਗਾ। ਠੀਕ ਹੈ, ਅਗਲੇ ਰੇਟ ਵੱਧ ਰਹੇ ਨੇ ਉਹਨੂੰ ਨਹੀਂ ਵਧਣ ਦਿੰਦੇ, ਕਿਉਂਕਿ ਜੋ ਵੱਧ ਗਿਆ ਔਰ ਉਹ ਬੰਦਾ ਖੁਸ਼ਹਾਲ ਹੋ ਗਿਆ ਤਾਂ ਫਿਰ ਰਾਜ ਕਰਨਾ ਬੜਾ ਮੁਸ਼ਕਿਲ ਹੋ ਜਾਣਾ। ਤਾਂ ਮੁੱਦਾ ਚਾਹੇ ਜਿਹੜਾ ਮਰਜ਼ੀ ਚੱਕ ਲਓ ਤੁਸੀਂ, ਸੁਸਾਇਟੀ 'ਤੇ ਪੇਨ ਨੂੰ ਇਨਫਲਿਕਟ ਕਰਕੇ, ਟੈਰਰਾਈਜ਼ ਕਰਕੇ ਉਹਨੂੰ ਔਰ ਪਾੜ ਕੇ ਆਪਸ ਦੇ ਵਿੱਚ, ਤਾਂ ਹੀ ਉਹਨਾਂ ਨੂੰ ਤੁਸੀਂ ਕਾਬੂ ਕਰ ਸਕਦੇ ਹੋ। ਅਤੇ ਜੇ ਤੁਸੀਂ ਯੂਨਾਈਟ ਹੋ ਜਾਂਦੇ ਹੋ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਬਟ ਬਿਲਕੁਲ ਰੀਸੈਂਟ ਐਕਸਪੀਰੀਅੰਸ ਸਾਡਾ ਜਿਹੜੇ ਅੰਦੋਲਨ ਦਾ ਰਿਹਾ, ਇਸ ਤੋਂ ਪਹਿਲਾਂ ਵੀ ਅੰਦੋਲਨ ਹੁੰਦੇ ਰਹੇ ਨੇ, ਹਰ 20 ਸਾਲ ਬਾਅਦ ਕੋਈ ਇੱਕ ਇਹੋ ਜਿਹਾ ਮੁੱਦਾ ਜਿਹੜਾ ਸਾਰਿਆਂ ਨੂੰ ਟੱਚ ਕਰਦਾ,
ਤੁਸੀਂ ਕਹੀ ਜਾਓ, ਫੀਲਿੰਗ ਲਈ ਜਾਓ ਵੀ ਮੈਨੂੰ ਪੰਜਾਬ ਦਾ ਬੜਾ ਖਿਆਲ ਹੈ, ਮੈਨੂੰ ਦੇਸ਼ ਦਾ ਬੜਾ ਖਿਆਲ ਹੈ, ਮੈਨੂੰ ਫਲਾਣਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਪੰਜਾਬ ਦੇ ਪ੍ਰਤੀ ਪਿਆਰ ਕਰਕੇ ਲੜਾਈ ਹੋ ਰਹੀ ਹੋਣਗੇ ਵਿੱਚ, ਤੁਸੀਂ ਉਹਨਾਂ ਨੂੰ ਜਨਰਲਾਈਜ਼ ਨਹੀਂ ਕਰ ਸਕਦੇ, ਬਟ ਬਹੁਤੇ ਉਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਸਵਾਰਥ ਵਾਸਤੇ ਅੱਗੇ ਹੁੰਦੇ ਨੇ। ਹੁਣ ਇਸ ਅੰਦੋਲਨ ਦੇ ਵਿੱਚ ਵੀ ਕੁਛ ਲੋਕ ਬਿਲਕੁਲ ਫਰੰਟ ਲਾਈਨਰਸ ਸੀਗੇ, ਕੁਛ ਲੋਕ ਸਿਰਫ WhatsApp 'ਤੇ ਗੱਲਾਂ ਕਰ ਰਹੇ ਸੀਗੇ, ਕੁਛ ਲੋਕ ਚਿੰਤਿਤ ਸੀ, ਕੁਛ ਲੋਕ ਕਹਿੰਦੇ ਸੀ ਆਪਾਂ ਕੀ ਲੈਣਾ ਯਾਰ। ਤੋ ਅੰਦੋਲਨ ਟਾਈਮ ਟੂ ਟਾਈਮ ਹੁੰਦੇ ਨੇ, ਸ਼ਕਲਾਂ ਬਦਲਦੀਆਂ ਨੇ ਹੁਕਮਰਾਨਾਂ ਦੀਆਂ, ਬਟ ਉਹ ਇਸ ਤਰ੍ਹਾਂ ਨਹੀਂ ਕੋਰਨਰ ਪਕੜਦਾ ਤਾਂ ਉਸ ਤਰ੍ਹਾਂ ਕੋਰਨਰ ਪਕੜਦਾ। ਜਿੰਨਾ ਇਹ ਵਧੀ ਜਾਊਗਾ ਨੀਂਹ ਰਸਤਾ ਜੀਵਨ ਦੇ ਵਿੱਚ, ਓਨਾ ਹੀ ਇਹ ਜਿਹੜਾ ਅਰਥ ਹੈ ਉਹ ਤੁਹਾਨੂੰ ਮਤਲਬ ਪੇਨਫੁਲ ਹੋਊਗਾ ਰਹਿਣਾ ਤੁਹਾਡਾ ਉੱਥੇ। ਇਹ ਹੋਣਾ ਹੀ ਹੈ, ਇਸੇ ਤਰ੍ਹਾਂ ਹੀ ਹੋਣਾ।